एक मुल्क में मस्जिदें गिराई जाती हैं और दूसरे मुल्क में गुरुद्वारों की हिफाजत की जाती है। जी हाँ, फैसलाबाद के एक घर में मौजूद 120 साल पुराना गुरुद्वारा और इसका मुसलमान मालिक आज भी इस गुरुद्वारे की सफाई और सुथराई का खास ख्याल रखता है। आइए जानते हैं मजीद तफसीलात इस वीडियो में। अस्सलाम वालेकुम नाजरीन, P4 पाकिस्तान के नाल मैं हाँ वकार यूनस। नाजरीन, अज की जी वीडियो है ना बहुत ज़्यादा खास है। मैं अज मौजूद हाँ पाकिस्तान फैसलाबाद तहसील तांदलियावाला दे एक गाँव दे विच जिहदा नाम गढ़ फतेह शाह वा। तुसीं मेरे पिछे देख रहे हो कि एक गुरुद्वारा साडे पिछे मौजूद है जो कि एक सिखां दी इबादतगाह हुंदी सी किसी वेले। लेकिन किसी वेले ते सिख इत्थे जिहड़े साडे सिख भाई आ इत्थे आके बकायदा अपनी इबादत करदे सी। लेकिन ये जिहड़ी उन्हां दी इबादतगाह है अज भी अपनी असली हालत दे विच कायम और दायम है। ਜਿਹੜੇ ਜਿਨ੍ਹਾਂ ਦਾ ਘਰ ਹੈ ਉਹਨਾਂ ਦਾ ਕਹਿਣਾ ਹੈ ਕਿ ਜੀ ਅਸੀਂ ਹਲੇ ਵੀ ਸਿੱਖਾਂ ਦੇ ਵਾਸਤੇ ਉਹਨਾਂ ਦੀ ਜਿਹੜੀ ਇਬਾਦਤਗਾਹ ਸਾਂਭ ਕੇ ਰੱਖੀ ਹੋਈ ਆ। ਇੱਕ ਪਾਸੇ ਮੁਸਲਮਾਨ ਸਾਡੇ ਭਾਈ ਨੇ ਜਿਨ੍ਹਾਂ ਨੇ ਹਲੇ ਵੀ ਆਪਣੇ ਸਾਡੇ ਸਿੱਖ ਭਾਈਆਂ ਦੀ ਇਬਾਦਤਗਾਹ ਸਾਂਭ ਕੇ ਰੱਖੀ ਹੋਈ ਆ। ਲੇਕਿਨ ਇੱਕ ਪਾਸੇ ਸਾਨੂੰ ਹਿੰਦੁਸਤਾਨ ਦੇ ਵਿੱਚੋਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਮਸਜਿਦਾਂ ਢਾਹ ਕੇ ਉੱਥੇ ਮੰਦਿਰ ਬਣਾਏ ਜਾ ਰਹੇ ਨੇ। ਤੇ ਆਓ ਇਸ ਗੁਰਦੁਆਰੇ ਦੇ ਮੁਤਲਕ ਮਜ਼ੀਦ ਜਿਹੜੀ ਮਾਲੂਮਾਤ ਹੈ ਉਹ ਇਸ ਭਾਈ ਸਾਹਿਬ ਕੋਲ ਪੁੱਛਦੇ ਆ ਜਿਨ੍ਹਾਂ ਦਾ ਇੱਕ ਘਰ ਆ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਗੁਰਦੁਆਰਾ ਮੌਜੂਦ। अस्सलाम वालेकुम जी। वालेकुम सलाम जी। जनाब की हाल चाल? अल्हम्दुलिल्लाह शुक्र जी। अपना नाम दसना जी। खादम हुसैन जी। ਅੱਛਾ ਖਾਦਮ ਸਾਹਿਬ, ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡਾ ਘਰ ਹੈ ਤੇ ਘਰ ਦੇ ਵਿੱਚ ਹੀ ਤੁਹਾਡੇ ਜਿਹੜਾ ਨਾ ਗੁਰਦੁਆਰਾ ਹੈ ਤੇ ਇਸ ਗੁਰਦੁਆਰੇ ਦੀ ਮੈਨੂੰ ਹਿਸਟਰੀ ਦੱਸੋ ਕਿ ਕਿੰਨਾ ਪੁਰਾਣਾ ਗੁਰਦੁਆਰਾ ਹੈ। बहुत ज़्यादा साढ़े जम्मन तो पहले था। ਅੱਛਾ, हाँ जी। ਕਿੰਨਾ ਪੁਰਾਣਾ ਤਕਰੀਬਨ ਤੁਸੀਂ ਕਿਦੋਂ ਤੋਂ ਦੇਖ ਰਹੇ ਹੋ? 100 साल तो पहले था। 100 ਸਾਲ ਤੋਂ ਪੁਰਾਣਾ हाँ जी ਗੁਰਦੁਆਰਾ ਹੈ। हाँ जी। ਲੇਕਿਨ ਸਾਨੂੰ ਹਲੇ ਵੀ ਜਿਹੜੀ ਇਹਦੀ ਹਾਲਤ ਹੈ ਨਾ ਉਹ ਅੱਛੀ ਹਾਲਤ ਦੇ ਵਿੱਚ ਖੜਾ ਹੋਇਆ ਤੇ ਮੈਨੂੰ ਦੱਸੋ ਕਿ ਤੁਸੀਂ ਇਹਦੀ ਸਾਂਭ ਕਿੱਦਾਂ ਕੀਤੀ ਹੈ? ਸਾਡੇ ਇਸਤੇਮਾਲ ਸ਼ੁਦਾ ਚ ਨਹੀਂ ਹੈਗਾ, ਸਾਈਡ ਤੇ ਹੈਗਾ। ਅਸੀਂ ਨਾ ਕਿਸੇ ਨੂੰ ਇੱਧਰ ਆਣ ਨਹੀਂ ਦਿੰਦੇ ਤੇ ਬਸ ਆ ਥੋੜਾ ਮਾੜਾ ਮੋਟਾ ਟੁੱਟਿਆ ਭੱਜਿਆ ਹੈ ਤੇ ਇਹ ਵੀ ਨਾ ਬਾਰਿਸ਼ਾਂ ਦੀ ਵਜ੍ਹਾ ਤੋਂ ਟੁੱਟਿਆ ਭੱਜਿਆ। ਛੱਤ ਛੂਤ ਗਿਰ ਗਈ ਸੀ ਨਾ, ਛੱਤ ਹੈਗੀ ਸੀ ਇਹਦੀ ਫਟਿਆਂ ਦੀ, ਲੱਕੜ ਦੇ ਫੱਟੇ ਸੀ, ਉਹ ਖਾਜ ਖੁੱਜ ਗਿਆ, ਉਹ ਖਤਮ ਹੋ ਗਏ ਤੇ ਉਹਦੇ ਵਜ੍ਹਾ ਛੱਤ ਵਿੱਚ ਡਿੱਗ ਗਈ। ਉਹ ਫਿਰ ਅਸੀਂ ਸਫਾਈ ਕਰ ਦਿੱਤੀ ਸਾਰੀ। ਉਹ ਸਾਡੇ ਉਹ ਭਾਈ ਆਂਦੇ ਨੇ ਦੂਸਰੇ, ਉਹ ਸਿੱਖ ਵੀ ਆਂਦੇ ਨੇ, ਉਹ ਵੇਖ ਵੂਖ ਤੇ ਚਲੇ ਜਾਂਦੇ ਨੇ। ਉਹਨਾਂ ਦੀ ਵਜ੍ਹਾ ਤੋਂ ਨਾ ਅਸੀਂ ਇਹਨੂੰ ਮਹਿਫੂਜ਼ ਰੱਖਿਆ। ਵੈਸੇ ਹੀ ਸਖਤ ਹੈਗਾ ਤੇ ਅਸੀਂ ਇਸਤੇਮਾਲ ਨਹੀਂ ਕਰਦੇ, ਅਸੀਂ ਵੜਦੇ ਨਹੀਂ ਇੱਧਰ ਬਸ। ਯਾਨੀ ਕਿ ਤੁਹਾਡੇ ਘਰ ਦੀ ਇਹ ਜਗ੍ਹਾ ਮੌਜੂਦ ਹੈ ਲੇਕਿਨ ਤੁਸੀਂ ਘਰ ਦੇ ਵਿੱਚ ਹੋਣ ਦੇ ਬਾਵਜੂਦ ਜਿਹੜਾ ਨਾ ਇਹਨੂੰ ਇੱਥੇ ਸਾਂਭ ਕੇ ਰੱਖਿਆ ਹੋਇਆ। ਇੱਕ ਪਾਸੇ ਤੁਹਾਡਾ ਜਿੱਥੇ ਘਰ ਆ ਉੱਥੇ ਤੁਸੀਂ ਆਪਣੀ ਇਬਾਦਤ ਵੀ ਕਰਦੇ ਹੋਵੋਗੇ, ਆਪਣੀਆਂ ਨਮਾਜ਼ਾਂ ਵੀ ਅਦਾ ਕਰਦੇ ਹੋਵੋਗੇ, ਲੇਕਿਨ ਤੁਹਾਡੇ ਘਰ ਦੇ ਨਾਲ ਹੀ ਜਿਹੜਾ ਨਾ ਸਾਡੇ ਸਿੱਖ ਭਾਈਆਂ ਦੀ ਇਬਾਦਤਗਾਹ ਮੌਜੂਦ ਹੈ। ਮੁਲਵਸ ਹੈ ਜੀ, ਘਰ ਦੇ ਵਿੱਚ ਮੁਲਵਸ ਹੈ। ਅਸੀਂ ਇੱਕ ਸਾਈਡ ਤੇ ਸਾਡਾ ਘਰ ਹੈ, ਇੱਕ ਸਾਈਡ ਤੇ ਹੈਗਾ ਤੇ ਉਹਦੀ ਵਜ੍ਹਾ ਤੋਂ ਅਸੀਂ ਨਾ ਇਹਨੂੰ ਮਹਿਫੂਜ਼ ਰੱਖਿਆ। ਅਸੀਂ ਨਾ ਆਪਣੀ ਇਬਾਦਤ ਅਲੱਗਾ ਕਰਨਾ, ਇਹ ਅਲੱਗਾ ਖੜਾ ਹੈ। ਤੇ ਮੈਨੂੰ ਤੁਸੀਂ ਦੱਸੋ ਕਿ ਜਦੋਂ ਆਪਣੇ ਘਰ ਦੇ ਤੁਸੀਂ ਮੁਸਲਮਾਨ ਭਾਈ ਆਪਣੀਆਂ ਮਾਵਾਂ ਭੈਣਾਂ ਜਦੋਂ ਘਰ ਨਮਾਜ਼ ਪੜ੍ਹਦੀਆਂ ਹੁੰਦੀਆਂ ਨੇ, ਇਬਾਦਤ ਕਰਦੇ ਹੁੰਦੇ, ਕੁਰਾਨੇ ਪਾਕ ਪੜ੍ਹਦੇ ਹੁੰਦੇ, ਨਾਲ ਹੀ ਇੱਧਰ ਗੁਰਦੁਆਰਾ ਵੀ ਹੈ ਤੇ ਦੋ ਮਜ਼ਹਬ ਇੱਕੋ ਜਗ੍ਹਾ ਤੇ ਇਕੱਠੇ ਹੋ ਜਾਂਦੇ ਆ ਤੇ ਉਦੋਂ ਕੀ ਮਹਿਸੂਸ ਹੁੰਦਾ ਹੈ ਕਿ ਘਰ ਕੋਈ ਤੁਹਾਨੂੰ ਫਰਕ ਨਹੀਂ ਪੈਂਦਾ? ਕੋਈ ਨਹੀਂ, ਐਡਾ ਕੋਈ ਫਰਕ ਨਹੀਂ ਪੈਂਦਾ, ਸਹੀ ਹੈਗਾ। ਹਾਂਜੀ, ਅਸੀਂ ਆਦਾ ਹਿਸਾਬ ਸਿੱਧਾ ਰੱਖਨੇ ਆ, ਸਾਨੂੰ ਇਸ ਨਾਲ ਕੋਈ ਹਿਸਾਬ ਨਹੀਂ, ਕੋਈ ਗਰਜ ਗੁਰਜ ਨਹੀਂ ਵੀ ਕੀ ਹੈਗਾ, ਕੋਈ ਕੋਲ ਹੈਗਾ ਨਹੀਂ ਹੈਗਾ। ਅਸੀਂ ਆਪਣੀ ਇਬਾਦਤ ਜਾਰੀ ਰੱਖਨੇ। ਅੱਛਾ ਹਾਂਜੀ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਨਾ ਹਲੇ ਵੀ ਸਹੀ ਹਾਲਤ ਦੇ ਵਿੱਚ ਮੌਜੂਦ ਹੈ ਤੇ ਤੁਸੀਂ ਇਹਦੀ ਸਫਾਈ ਸਫੂਈ ਵੀ ਕਰਦੇ ਹੋ, ਉਹਦਾ ਖਿਆਲ ਵੀ ਰੱਖਦੇ ਹੋ? ਝਾੜੂ ਛਾੜੂ ਦਿੰਨੇ, 8ਵੇਂ 10ਵੇਂ ਦਿਨ ਝਾੜੂ ਵੀ ਦਿੰਨੇ, ਸਫਾਈ ਰੱਖਨੇ ਤੇ ਮਹਿਫੂਜ਼ ਹੈਗਾ ਸਾਡੇ ਕੋਲ ਬਿਲਕੁਲ। ਮੁਰੰਮਤ ਸ਼ਰਮਤ ਵੀ ਕਰ ਲੈਨੇ ਆ ਲੇਕਿਨ ਸਾਡੇ ਇਸਤੇਮਾਲ ਚ ਨਹੀਂ, ਆਪੇ ਖਰਾਬ ਹੋਇਆ। ਜਿਹਨਾਂ ਇਹਨੂੰ ਪਈ ਆ ਥੱਲੇ ਨਾ ਕਲਰ ਪਿਆ, ਉਹ ਕਲਰ ਦੀ ਵਜ੍ਹਾ ਤੋਂ ਥੱਲੇ ਇੱਟਾਂ ਖਰਾਬ ਹੋਈਆਂ ਨੇ। ਵੈਸੇ ਸਹੀ ਹੈਗਾ, ਅਸੀਂ ਇਹਨੂੰ ਇਸਤੇਮਾਲ ਨਹੀਂ ਕੀਤਾ। ਅੱਛਾ, ਉੱਤੋਂ ਤੇ ਗੁਰਦੁਆਰਾ ਜਿਹੜਾ ਨਾ ਬਿਲਕੁਲ ਆਪਣੀ ਅਸਲੀ ਹਾਲਤ ਦੇ ਵਿੱਚ ਕਾਇਮ ਹੈ ਲੇਕਿਨ ਨੀਚੋਂ ਦੇਖੀਏ ਤੇ ਕਿਤੋਂ ਕਿਤੋਂ ਨਾ ਉਹ ਖਸਤਾ ਹਾਲਤ ਹੋਈ ਹੋਈ ਆ ਉਹਦੀ। ਤੇ ਇਹਦੀ ਹਿਫਾਜ਼ਤ ਵਾਸਤੇ, ਇਹਦੀ ਮੁਰੰਮਤ ਵਾਸਤੇ ਵੀ ਕੋਈ ਪੈਗਾਮ ਹਕੂਮਤ ਨੂੰ ਦੇਣਾ ਚਾਹੋਗੇ? ਕਰ ਲੈਣ ਆ ਕੇ, ਸਾਫ ਸੁਥਰਾ ਕਰ ਲੈਣ। ਕੋਈ ਜਿਹੜੇ ਕੋਈ ਟੁੱਟ ਪਾਣੇ ਠੀਕ ਕਰ ਲੈਣ ਆ ਕੇ, ਕੋਈ ਮਸਲਾ ਨਹੀਂ, ਸਾਡੇ ਤੋਂ ਇਜਾਜ਼ਤ ਹੈ। ਅੱਛਾ, ਹਾਂਜੀ ਬਿਲਕੁਲ। ਨਾਜ਼ਰੀਨ ਨੇ ਕਹਿ ਰਿਹਾ ਕਿ ਹਕੂਮਤ ਅਗਰ ਇਹਨੂੰ ਮਜ਼ੀਦ ਸੈੱਟ ਕਰਨਾ ਚਾਹਵੇ, ਇਹਦੀ ਮੁਰੰਮਤ ਕਰਾਉਣਾ ਚਾਹਵੇ ਤੇ ਉਹ ਕਰੇ, ਕਿਉਂਕਿ ਇਹਨਾਂ ਨੂੰ ਕੋਈ ਮਸਲਾ ਨਹੀਂ ਕਿ ਇਹਨੇ ਨਹੀਂ ਚਾਹੁੰਦੇ ਕਿ ਢਾਣ। ਅਗਰ ਕੋਈ ਚਾਹੁੰਦਾ ਕਿ ਢਾਹ ਕੇ ਤੇ ਉਹ ਜਗ੍ਹਾ ਖਰੀਦਣਾ ਚਾਹੁੰਦਾ ਤੇ ਕੀ ਕਹਿਣਾ ਕਰੋਗੇ? ਵੇਚੋਗੇ? ਅਸੀਂ ਨਹੀਂ ਵੇਚਣਾ, ਨਾ ਵੇਚਣਾ ਤੇ ਨਾ ਵੇਚਣ ਦੇਣਾ, ਨਾ ਹਕੂਮਤ ਨੂੰ ਨੇੜੇ ਆਣ ਦੇਣਾ। ਇਹ ਸਾਡੇ ਅੰਡਰ ਚ ਹੈਗਾ ਤਾਂ ਅਸੀਂ ਕਿਸੇ ਨੂੰ ਨਹੀਂ ਆਣ ਦੇਣਾ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਲੋਕ ਕਿੱਥੋਂ ਕਿੱਥੋਂ ਇਹਨੂੰ ਦੇਖਣ ਆਉਂਦੇ ਆ? ਇਹਨੂੰ ਲੋਕ ਬੜੇ ਦੂਰੋਂ ਦੂਰੋਂ ਆਉਂਦੇ ਨੇ, ਖੁਦ ਸਿੱਖ ਵੀ ਆਉਂਦੇ ਨੇ ਜਿਨ੍ਹਾਂ ਨੇ ਖੁਦ ਤਿਆਰ ਕੀਤਾ ਸੀ।
ਖੁਦ ਆਉਂਦੇ ਨੇ, ਉਹ ਪਹਿਲੇ ਜਾਂਦੇ ਰਹੇ, ਵੇਖਤੇ 10-12 ਸਾਲ ਹੋ ਗਏ, ਉਹ ਵੇਖਤੇ ਜਾਂਦੇ ਰਹੇ ਨੇ ਤੇ ਉਸ ਤੋਂ ਬਾਅਦ ਨਹੀਂ ਦੁਬਾਰਾ ਆਏ। ਉਹ ਬਜ਼ੁਰਗ ਸੀ ਜਿਹਨੇ ਖੁਦ ਪਿੱਪਲ ਲਾਇਆ ਸੀ, ਉਹ ਖੁਦ ਆਇਆ ਸੀ, ਕਹਿੰਦਾ ਸੀ ਮੈਂ ਛੋਟਾ ਜਿਹਾ ਸੀ ਤੇ ਮੈਂ ਪੜਦਾ ਸੀ ਤੇ ਖੁਦ ਪਿੱਪਲ ਲਾਇਆ ਮੈਂ ਆਦੇ ਹੱਥ ਨਾਲ, ਤੇ ਉਹ ਮਾਸ਼ਾਅੱਲਾ ਪਿੱਪਲ ਤਾਂ ਬਹੁਤ ਵੱਡਾ ਹੋ ਗਿਆ, ਬਹੁਤ ਪੁਰਾਣਾ 100 ਸਾਲ ਤੋਂ ਉੱਤੇ ਟੱਪ ਗਿਆ। ਹਾਂਜੀ ਅੱਛਾ, ਕੀ ਬਾਤ ਹੈ ਨਾਜ਼ਰੀਨ। ਇਹ ਤਾਂ ਜਿਹੜੀ ਨਾ ਗੱਲ ਤੁਸੀਂ ਬੜੀ ਸਾਨੂੰ ਕੰਮ ਦੀ ਤੇ ਇਨਫੋਰਮੇਟਿਵ ਗੱਲ ਦੱਸੀ ਹੈ ਕਿ ਉਹ ਬਜ਼ੁਰਗ ਜਿਨ੍ਹਾਂ ਨੇ ਇਸ ਗੁਰਦੁਆਰੇ ਦੀ ਤਮੀਰ ਕਰਵਾਈ ਸੀ ਤੇ ਸਾਹਮਣੇ ਆ ਪਿੱਪਲ ਮੌਜੂਦ ਆ, ਉਹਨਾਂ ਨੇ ਆਪਣੇ ਹੱਥ ਨਾਲ ਲਾਇਆ ਸੀ ਤੇ ਹੁਣ ਪਿੱਪਲ ਵੀ ਦੇਖ ਲਓ ਇੱਕ ਬਰਗਦ ਬਣ ਚੁੱਕਿਆ ਹੈ। ਠੀਕ ਹੈ, ਬਹੁਤ ਵੱਡਾ ਪੇੜ ਬਣ ਚੁੱਕਿਆ। ਉਹ ਬਜ਼ੁਰਗ ਖੁਦ ਮੌਜੂਦ ਆਏ, ਖੁਦ ਆਏ ਸੀ। ਹਾਂਜੀ, ਉਹਦੇ ਬੱਚੇ ਵੀ ਆਏ ਸੀ ਨਾਲ, ਉਹਦੇ ਨੌਂ ਆਇਆ ਸੀ, ਉਹਦੇ ਬੇਟਾ ਆਇਆ ਸੀ, ਉਹਦੇ ਨਾਲ ਦੋਤਰੇ ਪੋਤਰੇ ਆਏ ਸੀ, ਸਾਰੇ ਫੈਮਿਲੀ ਸਾਰੀ ਆਈ ਸੀ। ਉਹਨਾਂ ਨੇ ਖੁਦ ਆ ਕੇ ਵੇਖਿਆ ਸੀ ਵੀ ਅਸੀਂ ਆਦਾ ਵੇਖੀਏ, ਫਿਰ ਵੇਖਤੇ ਚਲੇ ਗਏ, ਕੋਈ ਘੰਟਾ ਦਾ ਖੜਤੇ ਰਹੇ, ਫਿਰ ਚਲੇ ਗਏ ਵੇਖਤੇ। ਉਹਨਾਂ ਨੇ ਕਿਹਾ ਤੇ ਨਹੀਂ ਕਿ ਸਾਨੂੰ ਸਾਡੀ ਜਗ੍ਹਾ ਵਾਪਸ ਦੇ ਦਿਓ? ਨਹੀਂ, ਇਹ ਨਹੀਂ ਕਿਹਾ। ਉਹਨਾਂ ਕਿਹਾ ਚਲੋ ਮੀਆਂ, ਉਹ ਬੜੇ ਖੁਸ਼ ਹੋ ਕੇ ਗਏ ਨੇ ਵੀ ਸਾਡੇ ਮੇ ਚੀਜ਼ ਨੇ ਨਾ ਤੁਸੀਂ ਬੈੜਾ ਮਹਿਫੂਜ਼ ਰੱਖਿਆ ਤੇ ਬੜੇ ਰਾਜ਼ੀ ਹੋ ਕੇ ਗਏ ਨੇ, ਸਲਾਮ ਦੁਆ ਕਰਕੇ ਗਏ ਨੇ। ਚਲੋ ਠੀਕ ਹੈ, ਅਸੀਂ ਆਖਿਆ ਉਹ ਰਾਜ਼ੀ ਹੋ ਗਏ, ਬੜੇ ਖੁਸ਼ ਹੋਏ ਨੇ ਵੇਖਤੇ। ਅਗਰ ਮਜ਼ੀਦ ਨੌਜਵਾਨ ਜਿਹੜੇ ਕੋਈ ਸਾਡੇ ਸਿੱਖ ਭਾਈ ਆ ਜਿਹੜੇ ਉੱਥੋਂ ਇੰਡੀਆ ਚੋਂ ਆਉਣਾ ਚਾਹੁੰਦੇ ਆ ਇਹ ਗੁਰਦੁਆਰਾ ਦੇਖਣ, ਤੇ ਉਹ ਆ ਸਕਦੇ ਨੇ? ਆ ਸਕਦੇ, ਕੋਈ ਮਸਲਾ ਨਹੀਂ, ਸਾਨੂੰ ਉਹਨਾਂ ਦਾ ਕੋਈ ਮਸਲਾ ਨਹੀਂ, ਆ ਸਕਦੇ, ਵੇਖ ਲੈਣ, ਆਦਾ ਵੇਖਤੇ ਚਲੇ ਜਾਣ। ਆਪਾਂ ਉਹਨਾਂ ਨੂੰ ਐਡਰੈਸ ਦੱਸ ਦਿਓ ਕਿਸ ਜਗ੍ਹਾ ਤੇ ਉਹਨਾਂ ਨੇ ਆਉਣਾ ਹੈ। ਗੜ੍ਹ ਫਤਿਹ ਸ਼ਾਹ ਕਸਬਾ ਹੈਗਾ ਛੋਟਾ ਜਿਹਾ, ਤੇ ਤਹਿਸੀਲ ਇਹਦੀ ਤਾਂਦਲਾ ਹੈਗਾ, ਤੇ ਜ਼ਿਲ੍ਹਾ ਫੈਸਲਾਬਾਦ ਹੈਗਾ। ਇੱਥੇ ਆ ਕੇ ਵੇਖ ਲੈਣ, ਐਡਰੈਸ ਗੜ੍ਹ ਫਤਿਹ ਸ਼ਾਹ ਦਾ ਹੈਗਾ। ਕਿਤੇ ਕਿਸੇ ਵੀ ਵਕਤ ਆ ਸਕਦੇ ਨੇ? ਕਿਸੇ ਵਕਤ ਆ ਸਕਦੇ, ਕੋਈ ਮਸਲਾ ਨਹੀਂ। ਹਾਂਜੀ, ਕੀ ਬਾਤ ਹੈ। ਅੱਛਾ, ਮੈਨੂੰ ਤੁਸੀਂ ਇਹ ਦੱਸੋ, ਤੁਸੀਂ ਤਾਂ ਮਾਸ਼ਾਅੱਲਾ ਨਾ ਤੁਹਾਡਾ ਇਹ ਇਨਾਮ ਬਣਦਾ ਹੈ ਕਿ ਤੁਸੀਂ ਜਿਹੜਾ ਨਾ ਸਾਡੇ ਸਿੱਖ ਭਾਈਆਂ ਦੀ ਜਿਹੜੀ ਇਬਾਦਤ ਗਾਹ ਹੈ, ਗੁਰਦੁਆਰਾ ਹਲੇ ਤੱਕ ਵੀ ਆਪਣੇ ਘਰ ਦੇ ਵਿੱਚ ਮਹਿਫੂਜ਼ ਰੱਖਿਆ ਹੋਇਆ, ਸਾਂਭ ਕੇ ਰੱਖਿਆ, ਤੁਸੀਂ ਸਫਾਈ ਕਰਦੇ ਉਹਦੀ। ਤੇ ਜਿਹੜੇ ਲੇਕਿਨ ਆਪਣੀਆਂ ਮੁਸਲਮਾਨਾਂ ਦੀਆਂ ਜਿਹੜੀਆਂ ਮਸਜਿਦਾਂ ਵਾ ਉਹ ਇੰਡੀਆ ਦੇ ਵਿੱਚ ਢਾਈਆਂ ਜਾ ਰਹੀਆਂ, ਤੇ ਉਹ ਢਾਹ ਕੇ ਤੇ ਉੱਥੇ ਮੰਦਿਰ ਬਣਾਏ ਜਾ ਰਹੇ ਆ, ਇਹਦੇ ਬਾਰੇ ਚ ਕੀ ਕਹਿਣਾ ਚਾਹੋਗੇ? ਉਹ ਸਾਡੇ ਮਸਜਿਦ ਨਾ ਢਾਵਣ, ਐਸੇ ਉਹਨਾਂ ਦਾ ਜੋ ਮਹਿਫੂਜ਼ ਰੱਖਿਆ, ਸਾਡਾ ਵੀ ਨਾ ਨੁਕਸਾਨ ਕਰਨ, ਅਸੀਂ ਉਹਨਾਂ ਦਾ ਨਹੀਂ ਕੀਤਾ, ਸਾਡਾ ਕਿਉਂ ਕਰਦੇ ਨੇ? ਬਿਲਕੁਲ। ਤੇ ਇਸ ਚੀਜ਼ ਦਾ ਸਾਨੂੰ ਤਕਲੀਫ ਹੈਗੀ ਹੈ ਬੜੀ ਜ਼ਿਆਦਾ। ਅਸੀਂ ਵੀ ਢਾ ਸਕਨੇ ਆ, ਸਾਡੇ ਅੰਡਰ 'ਚ ਖੜਾ ਹੈ, ਲੇਕਿਨ ਅਸੀਂ ਨਹੀਂ ਢਾਇਆ। ਤੁਸੀਂ ਉਹਨਾਂ ਨੂੰ ਮੁਸਬਤ ਪੈਗਾਮ ਦੇਣਾ ਚਾਹੁੰਦੇ ਹੋ ਕਿ ਅਸੀਂ ਤੁਹਾਡਾ ਮਹਿਫੂਜ਼ ਰੱਖਿਆ, ਤੁਸੀਂ ਵੀ ਸਾਡੀਆਂ ਬਾਦਗਾਹ ਮਹਿਫੂਜ਼ ਕਰੋ, ਸਾਡੇ ਨੁਕਸਾਨ ਨਾ ਕਰਨ, ਸਾਡੀ ਮਸਜਿਦਾਂ ਨੂੰ ਨਾ ਢਾਵਣ, ਸਾਡੇ ਮੁਸਲਮਾਨ ਬਰਾਵਾਂ ਨੂੰ ਤੰਗ ਨਾ ਕਰਨ। ਬਸ ਇਸ ਵਜ੍ਹਾ ਤੇ ਅਸੀਂ ਕਹਿੰਦੇ ਆ ਵੀ ਕਿਸੇ ਨੂੰ ਸਾਨੂੰ ਤੰਗੀ ਤਲਬੀ ਨਾ ਆਵੇ ਇਹਨਾਂ ਦੇ ਬਾਰੇ। ਅਸੀਂ ਉਹਨਾਂ ਦਾ ਜਦੋਂ ਮਹਿਫੂਜ਼ ਰੱਖਿਆ, ਸਾਡਾ ਕਿਉਂ ਖਰਾਬ ਕਰਦੇ ਨੇ? ਬਿਲਕੁਲ ਬਿਲਕੁਲ ਜੀ ਨਾਜ਼ਰੀਨ, ਅੱਜ ਅਸੀਂ ਇੱਕ ਗੁਰਦੁਆਰੇ ਦੇ ਵਿੱਚ ਮੌਜੂਦ ਹਾਂ ਜਿਹੜਾ ਕਿ 100 ਸਾਲ ਪੁਰਾਣਾ ਗੁਰਦੁਆਰਾ ਹੈ, ਤੇ ਇਸ ਬਾਈ ਨੂੰ ਇਸ ਕੰਮ ਦੀ ਬਹੁਤ ਜ਼ਿਆਦਾ ਸ਼ਾਬਾਸ਼ ਕਿ ਇਹਨਾਂ ਨੇ 100 ਸਾਲ ਗੁਜ਼ਰਨ ਦੇ ਬਾਵਜੂਦ ਵੀ ਆਪਣੇ ਘਰ ਦੇ ਵਿੱਚ ਇਹ ਗੁਰਦੁਆਰਾ ਮਹਿਫੂਜ਼ ਰੱਖਿਆ ਹੋਇਆ ਹੈ, ਤੇ ਇਸ ਗੁਰਦੁਆਰੇ ਦੀ ਸਫਾਈ ਸੁਥਰਾਈ ਵੀ ਕਰਦੇ ਨੇ। ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ, ਤੇ ਇਸ ਵੀਡੀਓ ਦੇ ਮੁਤਲਕ ਸਾਨੂੰ ਆਪਣਾ ਫੀਡਬੈਕ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਦਿਓ, ਤੇ ਦੇਖਦੇ ਰਹੋ P4 ਪਾਕਿਸਤਾਨ ਵਕਾਰ ਯੂਨਸ ਨਾਲ। ਅੱਲਾ ਹਾਫਿਜ਼।